ਸਤਿ ਸ੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ 12 ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਜਾ ਰਹੇ ਹਾਂ। ਇਹ 12ਵਾਂ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ 12ਵਾਂ ਸਿਰਲੇਖ ਹੇਠ ਦਰਜ ਹੈ, ਜਿਸ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਪ੍ਰਾਕ੍ਰਿਤਿਕ ਚਿਤਰਨ ਅਤੇ ਮਨੁੱਖੀ ਮਨ ਦੀ ਅਵਸਥਾ ਨੂੰ ਬਿਆਨਿਆ ਹੈ। ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਵੀ 12ਵਾਂ ਰਾਗ ਤੁਖਾਰੀ ਦੇ ਵਿੱਚ ਲਿਖਿਆ ਸੀ, ਜਿਸ ਦੇ ਵਿੱਚ ਉਹਨਾਂ ਫਰਮਾਇਆ ਸੀ ਕਿ ਚੇਤ ਬਸੰਤ ਭਲਾ ਭਵਰ ਸੁਹਾਵੜੇ। ਚੇਤ ਦੇ ਮਹੀਨੇ ਤੋਂ ਸ਼ੁਰੂ ਕੀਤਾ ਸੀ। ਸੋ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੇ ਨੇ ਵੀ 12ਵਾਂ ਜੋ ਹੈ ਚੇਤ ਦੇ ਮਹੀਨੇ ਤੋਂ ਹੀ ਸ਼ੁਰੂ ਕੀਤਾ ਹੈ, ਜਿਸ ਦੇ ਵਿੱਚ ਉਹ ਫਰਮਾ ਰਹੇ ਹਨ ਕਿ ਚੇਤ ਗੋਬਿੰਦ ਅਰਾਧੀ ਹੈ, ਕਿ ਇਹ ਚੇਤ ਦਾ ਮਹੀਨਾ, ਜਿਸ ਮਹੀਨੇ ਦੇ ਵਿੱਚ ਬਸੰਤ ਰੁੱਤ ਦਾ ਆਗਮਨ ਹੁੰਦਾ ਹੈ, ਇਹ ਖੁਸ਼ੀਆਂ ਖੇੜਿਆਂ ਭਰਿਆ ਮਹੀਨਾ ਹੈ। ਕੁਦਰਤ ਆਪਣੇ ਪੂਰੇ ਜੌਬਨ 'ਤੇ ਹੁੰਦੀ ਹੈ। ਚਾਰ ਚੁਫੇਰੇ ਜੋ ਹੈ ਵਾਤਾਵਰਨ ਸੁਗੰਧਿਤ ਹੈ, ਖੁਸ਼ੀਆਂ ਹਨ, ਖੇੜੇ ਹਨ। ਇਸ ਖੁਸ਼ੀਆਂ ਖੇੜਿਆਂ ਦਾ ਅਸਰ ਮਨੁੱਖੀ ਮਨ ਦੇ ਉੱਤੇ ਵੀ ਪੈਂਦਾ ਹੈ। ਸੋ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਹਨ ਕਿ ਹੇ ਜੀਵ, ਚੇਤ ਗੋਬਿੰਦ ਅਰਾਧੀ ਹੈ, ਕਿ ਚੇਤ ਦੇ ਖੁਸ਼ੀਆਂ ਭਰੇ ਮਹੀਨਿਆਂ ਦੇ ਵਿੱਚ ਉਸ ਗੋਬਿੰਦ ਪਰਮਾਤਮਾ ਦੀ ਅਰਾਧਨਾ ਸਿਮਰਨ ਕਰ, ਹੋਵੇ ਆਨੰਦ ਕਣਾ, ਤਾਂ ਜੋ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਤੈਨੂੰ ਅਕਹਿ ਆਨੰਦ, ਖੁਸ਼ੀਆਂ ਘਣੀਆਂ, ਯਾਨੀ ਕਿ ਬਹੁਤ ਸਾਰੇ ਜੋ ਹੈ ਮਾਨਸਿਕ ਸਰੀਰਕ ਆਨੰਦ ਜੋ ਹੈ, ਖੁਸ਼ੀਆਂ ਦੁਨਿਆਵੀ ਵੀ ਅਤੇ ਰੂਹਾਨੀ ਵੀ ਤੈਨੂੰ ਪ੍ਰਾਪਤ ਹੋ ਸਕਣ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ, ਔਰ ਅਜਿਹੀਆਂ ਖੁਸ਼ੀਆਂ ਦੀ ਪ੍ਰਾਪਤੀ ਤੈਨੂੰ ਕਿਵੇਂ ਹੋ ਸਕਦੀ ਹੈ? ਸੰਤ ਜਨਾ, ਜੋ ਸ਼੍ਰੇਸ਼ਟ ਪੁਰਸ਼ ਹਨ, ਸੰਤ ਪੁਰਸ਼ ਹਨ, ਉਹਨਾਂ ਦੇ ਸੰਗ ਕਰਕੇ, ਉਹਨਾਂ ਦੀ ਸੰਗਤ ਦੇ ਵਿੱਚ ਰਹਿ ਕੇ, ਉਹਨਾਂ ਨੂੰ ਮਿਲ ਕੇ ਜੋ ਹੈ ਆਪਣੀ ਰਸਨਾ ਨਾਲ, ਆਪਣੀ ਜੀਵਾ ਦੇ ਨਾਲ ਜੋ ਹੈ ਉਹਨਾਂ ਦੁਆਰਾ ਦਰਸਾਏ ਗਏ ਜੋ ਕਰਮ ਹਨ ਉਹਨਾਂ ਨੂੰ ਕਰਦਿਆਂ ਹੋਇਆਂ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ, ਸੰਤ ਜਨਾਂ ਦੀ ਸੰਗਤ ਕਰਕੇ, ਉਹਨਾਂ ਤੋਂ ਗਿਆਨ ਹਾਸਿਲ ਕਰਕੇ, ਉਹਨਾਂ ਦੁਆਰਾ ਦਰਸਾਏ ਗਏ ਰਾਹ 'ਤੇ ਚੱਲਦਿਆਂ ਹੋਇਆਂ ਆਪਣੀ ਰਸਨਾ ਭਾਵ ਆਪਣੀ ਜੀਵਾ ਤੋਂ ਜੋ ਹੈ ਉਸ ਪ੍ਰਭੂ ਦੇ ਨਾਮ ਦਾ ਸਿਮਰਨ, ਅਰਾਧਨਾ ਜਾਂ ਬੰਦਗੀ ਦੇ ਵਿੱਚ ਨਿਰੰਤਰ ਆਪਣੇ ਆਪੇ ਨੂੰ ਲਾ। ਰਸਨਾ ਨਾਮ ਭਣਾ ਭਾਵ ਰਸਨਾ ਤੋਂ ਪ੍ਰਭੂ ਦੇ ਨਾਮ ਸਿਮਰਨ ਜਾਂ ਬੰਦਗੀ ਨੂੰ ਭਣ ਭਾਵ ਜਪ। ਜਿਨ ਮਾਇਆ ਪਾਇਆ ਪ੍ਰਭ ਆਪਣਾ, ਇਸ ਲਈ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਨੇ ਕਿ ਜਿਨ੍ਹਾਂ ਜੀਵਾਂ ਨੇ ਇਸ ਦੁਨੀਆ ਦੇ ਵਿੱਚ ਆ ਕੇ ਗੁਰੂ ਤੋਂ ਗਿਆਨ ਹਾਸਿਲ ਕਰਕੇ, ਜਿਨ ਪਾਇਆ ਪ੍ਰਭ ਆਪਣਾ, ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਨੂੰ ਪਾ ਲਿਆ ਹੈ, ਆਏ ਤਿਸਹਿ ਗਣਾ, ਉਹਨਾਂ ਜੀਵਾਤਮਾਵਾਂ ਦਾ ਇਸ ਸੰਸਾਰ 'ਤੇ ਆਉਣਾ ਜੋ ਹੈ ਉਹ ਸਫਲ ਹੋ ਜਾਂਦਾ ਹੈ। ਇੱਕ ਖਿਣ ਤਿਸ ਬਿਨ ਜੀਵਨਾ, ਅਜਿਹੀਆਂ ਵਡਭਾਗੀ ਜੀਵਾਤਮਾਵਾਂ ਜੋ ਨੇ, ਜੋ ਪ੍ਰਭੂ ਦੇ ਨਾਮ ਦੇ ਰੰਗ ਦੇ ਵਿੱਚ ਰਤੀਆਂ ਨੇ, ਰੰਗੀਆਂ ਨੇ, ਉਹਨਾਂ ਜੀਵਾਤਮਾਵਾਂ ਨੂੰ ਇੱਕ ਖਿਣ ਭਾਵ ਇੱਕ ਪਲ, ਇੱਕ ਘੜੀ ਵੀ ਜੋ ਹੈ ਬੇਮੁਖ ਹੋਣਾ ਉਸ ਪਰਮਾਤਮਾ ਤੋਂ, ਉਸ ਤੋਂ ਵਿਛੜਨਾ, ਉਸ ਤੋਂ ਦੂਰ ਹੋ ਕੇ ਜਿਉਣਾ, ਤਿਸ ਬਿਨ ਜੀਵਨਾ ਬਿਰਥਾ ਜਨਮ ਜਨਾ। ਉਹਨਾਂ ਨੂੰ ਲੱਗਦਾ ਹੈ ਕਿ ਇੱਕ ਪਲ ਵੀ ਜੇਕਰ ਉਸ ਨੂੰ ਭੁਲਾ ਦਿੱਤਾ, ਉਸ ਤੋਂ ਦੂਰ ਹੋ ਗਈਆਂ ਜਾਂ ਉਸ ਤੋਂ ਬੇਮੁਖ ਹੋ ਗਈਆਂ, ਅਤੇ ਉਹਨਾਂ ਦਾ ਇਸ ਸੰਸਾਰ ਦੇ ਵਿੱਚ ਆਉਣਾ ਹੀ ਅਸਫਲ ਹੋ ਜਾਏਗਾ। ਇਹ ਜਨਮ ਹੀ ਜੋ ਹੈ ਉਹਨਾਂ ਨੂੰ ਲੱਗਦਾ ਹੈ ਇਹ ਬਿਰਥਾ ਚਲਿਆ ਜਾਏਗਾ। ਜਲ ਥਲ ਮਹੀਲ ਪੂਰਿਆ, ਜੋ ਪਰਮ ਪਰਮਾਤਮਾ ਅੰਸ਼ ਜੋ ਹੈ ਜਲ ਥਲ ਧਰਤੀ, ਮਹੀਲ ਤੋਂ ਭਾਵ ਹੈ ਆਕਾਸ਼ ਤੋਂ ਪਤਾਲ ਤੱਕ ਦਾ ਜੋ ਸਾਰਾ ਬ੍ਰਹਮੰਡੀ ਪਸਾਰਾ ਹੈ, ਉਹ ਕਾਦਰ, ਉਹ ਕੁਦਰਤ ਜੋ ਹੈ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਪੂਰਿਆ ਭਾਵ ਜੋ ਹੈ ਫੈਲਿਆ ਹੋਇਆ ਹੈ। ਰਵਿਆ ਵਿੱਚ ਵਣਾ, ਇੱਥੋਂ ਤੱਕ ਕਿ ਵਣਾਂ ਦੇ ਵਿੱਚ ਜੋ ਵਨਸਪਤੀ ਹੈ ਉਸ ਦੇ ਵਿੱਚ ਵੀ ਉਹ ਰਮਿਆ ਹੋਇਆ ਹੈ, ਵਸਿਆ ਹੋਇਆ ਹੈ। ਸੋ ਪ੍ਰਭ ਚਿਤ ਨ ਆਵੀ, ਭਾਵ ਜੋ ਪ੍ਰਭੂ ਜੋ ਹੈ ਉਹ ਸਾਰੀ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਰਮਿਆ ਹੋਇਆ ਹੈ। ਉਹ ਪ੍ਰਭੂ ਚਿਤ ਨ ਆਵੀ, ਹੇ ਮਨੁੱਖ, ਜੇਕਰ ਤੇਰੇ ਹਿਰਦੇ ਦੇ ਵਿੱਚ ਉਸ ਦਾ ਆਗਮਨ ਨਾ ਹੋਇਆ, ਕਿਤੜਾ ਦੁੱਖ ਗਣਾ, ਤੈਨੂੰ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਕਿੰਨੇ ਵੱਡੇ ਦੁੱਖਾਂ ਦਾ ਭਾਗੀ ਬਣਨਾ ਪਵੇਗਾ। ਜਿਨ ਰਾਵਿਆ ਸੋ ਪ੍ਰਭ ਤਿੰਨਾ ਭਾਗ ਮਨਾ, ਪਰ ਦੂਜੇ ਪਾਸੇ ਜੋ ਜੀਵਾਤਮਾਵਾਂ ਇਹ ਪ੍ਰਭੂ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਨੇ, ਜਿਨ੍ਹਾਂ ਨੇ ਪ੍ਰਭੂ ਨੂੰ ਰਾਵਿਆ ਹੈ, ਜਪਿਆ ਹੈ, ਅਰਾਧਿਆ ਹੈ, ਉਹਨਾਂ ਦਾ ਜੋ ਹੈ ਤਿੰਨਾ ਭਾਗ ਮਨਾ, ਉਹਨਾਂ ਦੇ ਭਾਗ ਜਿਹੜੇ ਹਨ ਉਹ ਬੜੇ ਚੰਗੇ ਹਨ। ਭਾਵ ਮਨਾਮੋਹੀ ਜੋ ਹੈ ਖੁਸ਼ੀਆਂ ਦੀ,
ਸੁੱਖਾਂ ਦੀ, ਖੁਸ਼ਹਾਲੀਆਂ ਦੀ ਉਹਨਾਂ ਨੇ ਦੁਨਿਆਵੀ ਵੀ ਅਤੇ ਰੂਹਾਨੀ ਖੁਸ਼ੀਆਂ ਦੀ ਵੀ ਪ੍ਰਾਪਤੀ ਕਰ ਲਈ ਹੈ। ਭਾਵ ਇਹਨਾਂ ਦੋਹਾਂ ਸਤਰਾਂ ਦੇ ਵਿੱਚ ਦੋ ਪ੍ਰਕਾਰ ਦੀਆਂ ਜੀਵਾਤਮਾਵਾਂ ਦਾ ਜ਼ਿਕਰ ਮਿਲਦਾ ਹੈ ਕਿ ਜਿਨ੍ਹਾਂ ਨੇ ਪ੍ਰਭੂ ਨੂੰ ਭੁਲਾ ਦਿੱਤਾ ਹੈ ਉਹਨਾਂ ਨੂੰ ਇਸ ਸੰਸਾਰ ਦੇ ਉੱਤੇ ਬਹੁਤ ਭਾਰੀ ਦੁੱਖਾਂ ਦੀ ਪ੍ਰਾਪਤੀ ਹੋਵੇਗੀ, ਔਰ ਜਿਨ੍ਹਾਂ ਨੇ ਉਸ ਨੂੰ ਜਪਿਆ ਹੈ, ਅਰਾਧਿਆ ਹੈ, ਤਿੰਨਾਂ ਨੂੰ ਅਕਹਿ ਖੁਸ਼ੀ, ਖੁਸ਼ਹਾਲੀ, ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਹਰੀ ਦਰਸ਼ਨ ਕਉ ਮਨ ਲੋਚਦਾ। ਇਸ ਲਈ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਨੇ ਕਿ ਮੇਰਾ ਮਨ ਵੀ ਜੋ ਹੈ ਹਰੀ ਉਸ ਪਰਮ ਪਰਮਾਤਮਾ ਦੇ ਦਰਸ਼ਨਾਂ ਦੇ ਲਈ ਜੋ ਹੈ ਉਹਦੇ ਦੀਦਾਰ ਕਰਨ ਦੇ ਲਈ ਲੋਚ ਰਿਹਾ ਹੈ। ਮੇਰਾ ਮਨ ਜੋ ਹੈ ਉਸ ਦੇ ਦਰਸ਼ਨ ਦੀਦਾਰ ਦੇ ਲਈ ਤੜਪ ਰਿਹਾ ਹੈ, ਵਿਲਕ ਰਿਹਾ ਹੈ। ਨਾਨਕ ਪਿਆਸ ਮਨਾ, ਹੇ ਨਾਨਕ ਇਸ ਤਰ੍ਹਾਂ ਹੈ ਮੇਰੇ ਹਿਰਦੇ ਦੀ ਅਵਸਥਾ ਜਿਵੇਂ ਮੈਨੂੰ ਪ੍ਰਭੂ ਦੇ ਨਾਮ ਦੀ ਜਾਂ ਤੇਰੇ ਦਰਸ਼ਨਾਂ ਦੀ ਜਿਹੜੀ ਹੈ ਇੱਕ ਪਿਆਸ ਲੱਗੀ ਹੋਵੇ। ਭਾਵ ਮਨ ਜੋ ਹੈ ਤੇਰੇ ਦਰਸ਼ਨਾਂ ਦੇ ਲਈ ਤਿਹਾਇਆ ਹੈ। ਚੇਤ ਮਿਲਾਏ ਸੋ ਪ੍ਰਭ ਤਿਸ ਕੈ ਪਾਏ ਲਗਾ। ਭਾਵ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਜਿਸ ਤਰ੍ਹਾਂ ਪਾਣੀ ਜੋ ਹੈ ਮਨੁੱਖ ਦੇ ਜਿਉਣ ਦੇ ਲਈ ਜ਼ਰੂਰੀ ਹੈ, ਠੀਕ ਇਸੇ ਤਰ੍ਹਾਂ ਜੋ ਨਾਮ ਜਾਂ ਬੰਦਗੀ ਜਿਹੜੀ ਹੈ ਉਹ ਵੀ ਮਨੁੱਖ ਦੇ ਇਸ ਸੰਸਾਰ ਦੇ ਵਿੱਚ ਰਹਿਣ ਦੇ ਲਈ ਬਹੁਤ, ਭਾਵ ਅਗਲੇ ਸੰਸਾਰ ਦਾ ਸੁੱਖਾਂ ਦਾ, ਖੁਸ਼ੀਆਂ ਦਾ ਭਾਗੀ ਬਣਨ ਦੇ ਲਈ ਵੀ ਨਾਮ ਰੂਪੀ ਜਲ ਦਾ ਜੋ ਗ੍ਰਹਿਣ ਕਰਨਾ ਵੀ ਬਹੁਤ ਜ਼ਰੂਰੀ ਹੈ। ਭਾਵ ਜਿਵੇਂ ਪਾਣੀ ਜੀਵਨ ਦਾ ਆਧਾਰ ਹੈ, ਠੀਕ ਇਸੇ ਤਰ੍ਹਾਂ ਚੰਗੇ ਕਰਮ, ਨਾਮ ਸਿਮਰਨ, ਬੰਦਗੀ ਜਿਹੜੇ ਹਨ ਉਹ ਵੀ ਮਨੁੱਖ ਦੇ ਜੀਵਨ ਦਾ ਆਧਾਰ ਹਨ। ਚੇਤ ਮਿਲਾਏ ਸੋ ਪ੍ਰਭ। ਇਸ ਲਈ ਇਸ ਚੇਤ ਦੇ ਖੁਸ਼ੀਆਂ ਭਰੇ ਮਹੀਨੇ ਦੇ ਵਿੱਚ ਜੋ ਕੋਈ ਮੈਨੂੰ ਸੋ ਪ੍ਰਭ, ਉਸ ਪ੍ਰਭੂ ਦੇ ਨਾਲ ਮਿਲਾ ਦੇਵੇ, ਉਸ ਨੂੰ ਪਾਉਣ ਦਾ ਰਾਹ ਦੱਸੇ, ਤਿਸ ਕੇ ਪਾਏ ਲੱਗਾ। ਮੈਂ ਉਹਨਾਂ ਸੰਤ ਪੁਰਸ਼ਾਂ ਦੇ ਚਰਨਾਂ ਦੀ ਧੂੜ ਬਣਨ ਨੂੰ ਤਿਆਰ ਹਾਂ, ਉਹਨਾਂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਦੇ ਲਈ ਤਿਆਰ ਹਾਂ, ਜਿਹੜਾ ਮੈਨੂੰ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਪ੍ਰਭੂ ਨੂੰ ਪ੍ਰਾਪਤ ਕਰਨ ਦਾ ਰਾਹ ਦਿਖਾਵੇਗਾ। ਵੈਸਾਖ ਧੀਰਨ ਕਿਉ ਵਾਢੀਆ ਜਿਨ੍ਹਾਂ ਪ੍ਰੇਮ ਵਿਸ਼ੋ। ਗੁਰੂ ਅਰਜਨ ਦੇਵ ਜੀ ਫਰਮਾ ਰਹੇ ਨੇ ਕਿ ਵੈਸਾਖ ਦਾ ਖੁਸ਼ੀਆਂ ਭਰਿਆ ਮਹੀਨਾ ਜੋ ਹੈ, ਧੀਰਨ ਭਾਵ ਧੀਰਜ, ਕਿਉ ਵਾਢੀਆ ਭਾਵ ਜਿਹੜੀਆਂ ਜੀਵ ਆਤਮਾਵਾਂ ਪ੍ਰਭੂ ਦੇ ਨਾਲੋਂ ਵਿਛੜੀਆਂ ਹੋਈਆਂ ਹਨ ਉਹਨਾਂ ਨੂੰ ਵੈਸਾਖ ਦਾ ਖੁਸ਼ੀਆਂ ਭਰਿਆ ਮਹੀਨਾ ਜੋ ਹੈ ਉਹ ਧੀਰਜ ਕਿਵੇਂ ਦੇ ਸਕਦਾ ਹੈ, ਜਿਨ੍ਹਾਂ ਪ੍ਰੇਮ ਵਿਛੋ, ਕਿਉਂਕਿ ਜਿਹੜੀਆਂ ਪ੍ਰਭੂ ਦੇ ਪ੍ਰੇਮ ਦੇ ਨਾਲੋਂ ਵਿਛੜੀਆਂ ਹੋਈਆਂ ਹਨ। ਹਰੀ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧਰੋ। ਉਹ ਵਿਛੜੀਆਂ ਕਿਉਂ ਹੋਈਆਂ ਹਨ? ਕਿਉਂਕਿ ਉਹਨਾਂ ਨੇ ਸੰਸਾਰ ਦਾ ਆਧਾਰ ਜੋ ਆਪਣਾ ਸੱਜਣ ਸਹਾਈ ਹਰੀ ਪਰਮਾਤਮਾ ਹੈ, ਜੋ ਅਕਾਲ ਪੁਰਖ ਹੈ, ਸਾਰੇ ਸੰਸਾਰ ਦੇ ਕਣ ਕਣ ਦੇ ਵਿੱਚ ਰਮਿਆ ਹੋਇਆ ਹੈ, ਜਿਨ੍ਹਾਂ ਜੀਵ ਆਤਮਾਵਾਂ ਨੇ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਉਸ ਨੂੰ ਵਿਸਾਰ ਦਿੱਤਾ ਹੈ, ਭੁਲਾ ਦਿੱਤਾ ਹੈ। ਔਰ ਲੱਗੀ ਮਾਇਆ ਧਰੋ ਭਾਵ ਉਹ ਝੂਠੀ, ਉਹ ਮਾਇਆ ਜੋ ਇੱਕ ਸਪਨੀ ਹੈ, ਇੱਕ ਮਾਇਆ ਜੋ ਹੈ ਠੱਗ ਲੈਣ ਵਾਲੀ ਹੈ, ਸੰਸਾਰਿਕ ਮੋਹ ਮਾਇਆ ਜਿਹੜੀ ਹੈ ਜੋ ਮਨੁੱਖ ਨੂੰ ਹਮੇਸ਼ਾ ਜੋ ਹੈ ਠੱਗਦੀ ਹੈ, ਡੱਸਦੀ ਹੈ, ਉਸ ਦੇ ਨਾਲ ਧੋਖਾ ਕਰਦੀ ਹੈ। ਉਹੀ ਜੋ ਮੋਹ ਮਾਇਆ ਹੈ ਉਸ ਦੇ ਵਿੱਚ ਮਨੁੱਖ ਰਮਿਆ ਹੋਇਆ ਹੈ, ਰੁੱਝਿਆ ਹੋਇਆ ਹੈ, ਫਸਿਆ ਹੋਇਆ ਹੈ। ਪੁੱਤਰ ਕਲਤਰ ਨੈ ਸੰਗ ਤਨਾ, ਕਿ ਹੇ ਜੀਵ ਤੈਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਤੇਰੇ ਪੁੱਤਰ ਕਲਤਰ ਭਾਵ ਇਸਤਰੀ, ਔਰਤ ਤੇ ਧਨਾ ਭਾਵ ਧਨ ਦੌਲਤ, ਜਿਨ੍ਹਾਂ ਦੇ ਮੋਹ ਦੇ ਵਿੱਚ ਤੂੰ ਫਸਿਆ ਹੋਇਆ ਹੈ, ਇਹਨਾਂ ਨੇ ਤੇਰੇ ਅੰਤ ਵੇਲੇ ਸੰਗ ਕਿਸੇ ਕੰਮ ਨਹੀਂ ਆਉਣਾ, ਤੇਰੇ ਸਹਾਈ ਨਹੀਂ ਹੋਣਾ। ਹਰ ਅਵਿਨਾਸ਼ੀ ਉਹ, ਕਿਉਂਕਿ ਅੰਤ ਵੇਲੇ ਤਾਂ ਉਹ ਨਾਸ਼ਵਾਨ ਪਰਮਾਤਮਾ ਜੋ ਹੈ, ਜਿਹੜਾ ਆਵਾਗਮਨ ਦੇ ਚੱਕਰਾਂ ਤੋਂ ਮੁਕਤ ਹੈ ਔਰ ਸੰਸਾਰ ਦੇ ਕਣ ਕਣ ਦੇ ਵਿੱਚ ਰਮਿਆ ਹੋਇਆ ਹੈ, ਉਸਨੇ ਹੀ ਤੇਰੇ ਸਹਾਈ ਹੋਣਾ ਹੈ। ਪਰ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਤੂੰ ਉਸ ਵੱਲੋਂ ਬੇਮੁਖ ਹੋ ਰਿਹਾ ਹੈ, ਔਰ ਜੋ ਚੀਜ਼ਾਂ ਤੈਨੂੰ ਸੰਸਾਰ ਦੇ ਵਿੱਚ ਉਲਝਾ ਰਹੀਆਂ ਹਨ ਉਹਨਾਂ ਦੇ ਵਿੱਚ ਤੂੰ ਰਮਿਆ ਹੋਇਆ ਹੈ। ਪਲਚ ਪਲਚ ਸੁਅਗਲੀ ਮੂਈ, ਕਿਉਂਕਿ ਸਾਰਾ ਸੰਸਾਰ ਜੋ ਹੈ ਉਹ ਪਲਚ ਪਲਚ ਭਾਵ ਉਲਝ ਕੇ ਕਿਸ ਦੇ ਵਿੱਚ, ਝੂਠੇ ਧੰਦਾ ਮੋਹ, ਝੂਠੇ ਦੁਨਿਆਵੀ ਵਿਸ਼ੇ ਵਿਕਾਰ, ਪਦਾਰਥਕ ਖੁਸ਼ਹਾਲੀਆਂ, ਮੋਹ ਮਾਇਆ ਦੇ ਵਿੱਚ ਸਗਲ ਮੂਈ, ਸਾਰਾ ਸੰਸਾਰ ਹੀ ਫਸ ਕੇ ਜੋ ਹੈ ਮਰਨ ਕਿਨਾਰੇ ਪਹੁੰਚ ਜਾਂਦਾ ਹੈ, ਭਾਵ ਅੰਤ ਇਸ ਸੰਸਾਰ ਤੋਂ ਖਤਮ ਹੋ ਜਾਂਦਾ ਹੈ। ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੂਹ, ਕਿਉਂਕਿ ਅੰਤ ਵੇਲੇ ਭਾਵ ਮੌਤ ਤੋਂ ਬਾਅਦ ਦਾ ਜੋ ਜੀਵਨ ਹੈ ਉਸ ਵੇਲੇ ਤਾਂ ਇੱਕੋ ਇੱਕ ਤੇਰਾ ਸਹਾਈ ਹੋਣਾ ਹੈ, ਉਹ ਕੀ, ਉਸ ਪ੍ਰਭੂ ਦਾ ਨਾਮ ਸਿਮਰਨ, ਬੰਦਗੀ ਜਾਂ ਸੰਸਾਰ ਵਿੱਚ ਕੀਤੇ ਹੋਏ ਚੰਗੇ ਕਰਮ ਜਿਹੜੇ ਨੇ ਉਹੀ ਤੇਰੇ ਅੰਤ ਵੇਲੇ ਕੰਮ ਆਉਣੇ ਨੇ। ਅੱਗੇ ਲਈਏ ਖੋ,
ਕਿਉਂਕਿ ਇਹ ਜਿਹੜੀਆਂ ਦੁਨਿਆਵੀ ਪ੍ਰਾਪਤੀਆਂ ਨੇ ਇਹ ਤਾਂ ਇਸ ਸੰਸਾਰ ਦੇ ਵਿੱਚ ਹੀ ਰਹਿ ਜਾਣੀਆਂ ਹਨ। ਅੰਤ ਇਹਨਾਂ ਨੇ ਤੇਰੇ ਨਾਲ ਨਹੀਂ ਨਿਭਣਾ, ਨਾਲ ਨਹੀਂ ਜਾਣਾ। ਇਹ ਇੱਥੇ ਹੀ ਤੇਰੇ ਤੋਂ ਭਾਵ ਤੇਰੇ ਸੰਸਾਰ ਦੇ ਵਿੱਚ ਤੇਰੇ ਅੰਤਿਮ ਵਕਤ 'ਤੇ ਤੇਰੇ ਸਰੀਰ ਦੇ ਨਾਲ ਹੀ ਇਹ ਨਸ਼ਟ ਹੋ ਜਾਣੀਆਂ ਹਨ। ਤੇਰੇ ਨਾਲ ਇਹਨਾਂ ਨੇ ਨਹੀਂ ਜਾਣਾ ਜਿਨ੍ਹਾਂ ਨੂੰ ਤੂੰ ਸਾਰਾ ਜੀਵਨ ਜੋ ਹੈ ਇਕੱਤਰਿਤ ਕਰਨ ਦੇ ਵਿੱਚ ਰੁੱਝਿਆ ਰਿਹਾ ਹੈ। ਅੰਤ ਵੇਲੇ ਤੇਰੇ ਨਾਲ ਸਿਰਫ ਇੱਕ ਪ੍ਰਭੂ ਦਾ ਨਾਮ ਸਿਮਰਨ ਜਾਂ ਬੰਦਗੀ ਜਾਂ ਸੰਸਾਰ ਵਿੱਚ ਕੀਤੇ ਹੋਏ ਚੰਗੇ ਕਰਮ ਜਾਣੇ ਹਨ। ਦਇਓ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨ ਕੋਏ। ਪਰ ਤੂੰ ਜੇਕਰ ਉਸ ਪ੍ਰਭੂ ਨੂੰ ਵਿਸਾਰ ਦਿੰਦਾ ਹੈ, ਭੁੱਲ ਜਾਂਦਾ ਹੈ ਔਰ ਉਸ ਤੋਂ ਵਿਸਰ ਕੇ ਉਸ ਨੂੰ ਭੁਲਾ ਕੇ ਜੋ ਹੈ ਦੁਨਿਆਰੀ ਸੰਸਾਰ ਜੋ ਕਾਰ ਵਿਹਾਰ ਨੇ ਉਹਨਾਂ ਦੇ ਵਿੱਚ ਉਲਝਿਆ ਹੋਇਆ ਹੈ ਜਾਂ ਖੱਜਲ ਖੁਆਰ ਹੋ ਰਿਹਾ ਹੈ, ਤਾਂ ਪ੍ਰਭ ਬਿਨ ਅਵਰ ਨਾ ਕੋਏ। ਕਿਉਂਕਿ ਇਹ ਜੋ ਦੁਨਿਆਵੀ ਕਾਰ ਵਿਹਾਰ ਹਨ ਇਸ ਸੰਸਾਰ ਦੇ ਵਿੱਚ ਤੈਨੂੰ ਵਿਅਰਥ ਦੀਆਂ ਉਲਝਣਾਂ ਦੇ ਵਿੱਚ ਪਾਉਂਦੇ ਹਨ। ਕਿਉਂਕਿ ਇਸ ਸੰਸਾਰ ਦੇ ਵਿੱਚ ਤੇਰਾ ਇੱਕੋ ਇੱਕ ਸਹਾਰਾ ਹੈ, ਉਹ ਹੈ ਪ੍ਰਭੂ ਪਰਮਾਤਮਾ। ਉਸ ਤੋਂ ਬਿਨਾਂ ਹੋਰ ਕਿਸੇ ਚੀਜ਼ ਨੇ ਵੀ ਤੇਰਾ ਸਹਾਈ ਨਹੀਂ ਹੋਣਾ। ਪ੍ਰੀਤਮ ਚਰਨੀ ਜੋ ਲੱਗੇ ਤਿਨ ਕੀ ਨਿਰਮਲ ਸੋਏ। ਔਰ ਜੋ ਜੀਵ ਆਪਣੇ ਮਨ ਨੂੰ ਜੋ ਹੈ ਉਸ ਪ੍ਰਭੂ ਪਰਮਾਤਮਾ ਦੇ ਜੋ ਪ੍ਰੀਤਮ ਹੈ ਤੇਰਾ ਜੋ ਹੈ ਅੰਤ ਵੇਲੇ ਸਹਾਈ ਹੋਣ ਵਾਲਾ ਹੈ, ਉਸ ਦੇ ਚਰਨਾਂ ਦੀ ਜੇਕਰ ਤੂੰ ਓਟ ਆਸਰਾ ਲੈ ਕੇ ਕਰਮ ਕਰਦਾ ਹੈ, ਇਸ ਸੰਸਾਰ ਦੇ ਵਿੱਚ ਆਪਣੇ ਮਨ ਨੂੰ ਜੋ ਹੈ ਇਕਾਗਰਚਿਤ ਕਰਕੇ ਵਿਸ਼ੇ ਵਿਕਾਰਾਂ ਤੋਂ ਹੋੜਦਾ ਹੈ ਔਰ ਚੰਗੇ ਕਰਮਾਂ ਵਾਲੇ ਪਾਸੇ ਲਾਉਂਦਾ ਹੈ, ਤਿਨ ਕੀ ਨਿਰਮਲ ਸੋਏ। ਉਹ ਜੀਵ ਇਸ ਸੰਸਾਰ ਦੇ ਉੱਤੇ ਵੀ ਸ਼ੋਭਾ ਪਾਉਂਦੇ ਹਨ ਅਤੇ ਅੰਤ ਜੋ ਹੈ ਮੌਤ ਤੋਂ ਬਾਅਦ ਅਗਲੇ ਜਹਾਨ ਦੇ ਵਿੱਚ ਵੀ ਉਹਨਾਂ ਦੀ ਸ਼ੋਭਾ ਹੁੰਦੀ ਹੈ। ਤਿਨ ਕੀ ਨਿਰਮਲ ਸੋਏ ਭਾਵ ਉਹਨਾਂ ਦੇ ਸੱਚੇ ਕਰਮ ਜਿਹੜੇ ਨੇ ਉਹੀ ਉਹਨਾਂ ਦੀ ਇੱਕ ਪਛਾਣ ਬਣ ਜਾਂਦੇ ਨੇ, ਜਿਸ ਸਦਕਾ ਉਹਨਾਂ ਦੀ ਇਸ ਸੰਸਾਰ 'ਤੇ ਵੀ ਅਤੇ ਅਗਲੇ ਜਹਾਨ 'ਤੇ ਵੀ ਪ੍ਰਸਿੱਧੀ ਹੁੰਦੀ ਹੈ, ਉਸਤਤ ਹੁੰਦੀ ਹੈ, ਸ਼ਲਾਘਾ ਹੁੰਦੀ ਹੈ, ਸ਼ੋਭਾ ਹੁੰਦੀ ਹੈ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋਹ ਪ੍ਰਾਪਤ ਹੋਏ। ਇਸ ਲਈ ਗੁਰੂ ਨਾਨਕ ਸਵਰੂਪ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਨੇ ਕਿ ਮੇਰੀ ਤਾਂ ਇਹ ਪ੍ਰਭੂ ਤੇਰੇ ਚਰਨਾਂ ਦੇ ਵਿੱਚ ਬੇਨਤੀ ਹੈ, ਜੋਦੜੀ ਹੈ, ਇਹ ਦੁਆ ਹੈ, ਇਹ ਅਰਦਾਸ ਹੈ ਕਿ ਹੇ ਪ੍ਰਭੂ ਮੈਨੂੰ ਜੋ ਹੈ ਮਿਲ ਭਾਵ ਮੇਰੇ ਹਿਰਦੇ ਦੇ ਵਿੱਚ ਵਾਸ ਕਰ, ਮੇਰੇ ਹਿਰਦੇ ਦੇ ਵਿੱਚ ਨਿਵਾਸ ਕਰਕੇ ਮੈਨੂੰ ਦੁਨਿਆਵੀ ਖੁਸ਼ੀਆਂ ਦੀ ਵੀ ਪ੍ਰਾਪਤੀ ਕਰਾ ਔਰ ਜੋ ਹੈ ਤੇਰੇ ਪਿਆਰ ਸਦਕਾ ਮੈਨੂੰ ਇਸ ਸੰਸਾਰ ਦੇ ਵਿੱਚ ਵੀ ਔਰ ਅਗਲੇ ਜਹਾਨ ਦੇ ਵਿੱਚ ਵੀ ਮੁਕਤੀ ਮਿਲ ਸਕੇ। ਭਾਵ ਹੇ ਪ੍ਰਭੂ ਹੇ ਪਰਮਾਤਮਾ ਮੇਰੀ ਤੇਰੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਮੇਰੇ 'ਤੇ ਰਹਿਮਤ ਕਰ ਕਿ ਮੈਨੂੰ ਤੇਰੀ ਪ੍ਰਾਪਤੀ ਹੋ ਸਕੇ। ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰੀ ਸੋਏ। ਇਸ ਲਈ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਹਨ ਕਿ ਇਹ ਵਿਸਾਖ ਦਾ ਮਹੀਨਾ ਜਿਹੜਾ ਹੈ ਉਹਨਾਂ ਜੀਵਾਤਮਾਵਾਂ ਨੂੰ ਸੁਹਾਵਾ ਭਾਵ ਚੰਗਾ ਲੱਗਦਾ ਹੈ, ਜਿਨ੍ਹਾਂ ਜੀਵਾਤਮਾਵਾਂ ਦੇ ਉੱਤੇ ਪ੍ਰਭੂ ਦੀ ਮਿਹਰ ਸਦਕਾ ਜੋ ਹੈ ਚੰਗੇ ਜੀਵਾਂ ਦਾ ਜਿਨ੍ਹਾਂ ਨੂੰ ਚੰਗੀਆਂ ਜੀਵਾਤਮਾਵਾਂ ਦਾ ਸੰਗ ਪ੍ਰਾਪਤ ਹੋਇਆ ਹੁੰਦਾ ਹੈ। ਵਿਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰੀ ਸੋਏ। ਜਿਹੜਾ ਪ੍ਰਭੂ ਦੀ ਰਹਿਮਤ ਸਦਕਾ ਸੰਤ ਪੁਰਖਾਂ ਦਾ ਸੰਗ ਜਿਸ ਨੇ ਕੀਤਾ ਹੈ ਉਸ ਦੀ ਬੁੱਧੀ ਜਿਹੜੀ ਹੈ ਉਹ ਪ੍ਰਭੂ ਦੇ ਚਰਨਾਂ ਦੇ ਵਿੱਚ ਉਸ ਦਾ ਮਨ ਜਿਹੜਾ ਅਜਿਹਾ ਲੀਨ ਹੋਇਆ ਹੈ ਕਿ ਸੰਤ ਪੁਰਖਾਂ ਦੀ ਸੰਗਤ ਦੇ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਦੀ ਆਸ਼ੀਰਵਾਦ ਸਦਕਾ ਜੋ ਹੈ ਉਸ ਨੂੰ ਪ੍ਰਭੂ ਦੀ ਪ੍ਰਾਪਤੀ ਹੋਈ ਹੈ ਔਰ ਅਜਿਹੇ ਜੀਵ ਦਾ ਇਸ ਸੰਸਾਰ ਦੇ ਵਿੱਚ ਆਉਣਾ ਸਫਲ ਹੋ ਜਾਂਦਾ ਹੈ। ਔਰ ਇਹ ਵਿਸਾਖ ਦਾ ਖੁਸ਼ੀਆਂ ਭਰਿਆ ਮਹੀਨਾ ਜੋ ਹੈ ਉਹਨਾਂ ਜੀਵਾਂ ਨੂੰ ਹੋਰ ਵੀ ਸੁਖਦਾਈ ਲੱਗਦਾ ਹੈ ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੰਤ ਪੁਰਸ਼ਾਂ ਦੀ ਸੰਗਤ ਕਰਕੇ ਸਤਸੰਗ ਕਰਕੇ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਵਸਾ ਕੇ ਨਾਮ ਸਿਮਰਨ ਬੰਦਗੀ ਚੰਗੇ ਕਰਮ ਕਰਕੇ ਪ੍ਰਭੂ ਦੀ ਪ੍ਰਾਪਤੀ ਕਰ ਲਈ ਹੈ। ਸੋ ਜੋ ਗੁਰੂ ਅਰਜਨ ਦੇਵ ਜੀ ਦੇ ਸ਼ਲੋਕ ਹਨ BA ਭਾਗ ਤੀਜਾ ਦੇ ਸਿਲੇਬਸ ਦੇ ਵਿੱਚ ਸ਼ਾਮਿਲ 4 ਸ਼ਲੋਕ ਹਨ, ਜਿਨ੍ਹਾਂ ਦੇ ਵਿੱਚੋਂ 2 ਨੂੰ ਅਸੀਂ ਭਾਗ 1 ਦੇ ਤਹਿਤ ਅੱਜ ਉਹਨਾਂ ਦੀ ਚਰਚਾ ਕੀਤੀ ਹੈ, ਪ੍ਰਸੰਗ ਸਹਿਤ ਵਿਆਖਿਆ ਕੀਤੀ ਹੈ। ਅਗਲੇ 2 ਸ਼ਲੋਕ ਜਿਹੜੇ ਨੇ ਅਗਲੇ ਭਾਗ ਦੇ ਵਿੱਚ ਭਾਗ 2 ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਹ ਵੀਡੀਓ ਤੁਸੀਂ ਵੇਖਦੇ ਰਹੋ ਔਰ ਇਹ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗ ਰਹੀ ਹੈ, ਜੇਕਰ ਚੰਗੀ ਲੱਗੀ ਹੈ ਤਾਂ ਇਸ ਨੂੰ ਹੋਰ ਵਿਦਿਆਰਥੀਆਂ ਦੇ ਨਾਲ ਅੱਗੇ
ਵੀ ਸ਼ੇਅਰ ਕਰਦੇ ਰਹੋ, ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਤਾਂ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ ਭਾਗ 2 ਲੈ ਕੇ। ਤਦ ਤੱਕ ਲਈ ਇਜਾਜ਼ਤ। ਧੰਨਵਾਦ।